ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਪ੍ਰੋਗਰਾਮ ਨੂੰ ਕੀਤਾ ਖਤਮ, ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਹੋਣਗੇ ਪ੍ਰਭਾਵਿਤ। ਚੋਣ ਹਾਰਨ ਤੇ ਟਰੰਪ ਨੂੰ ਮਾਰਨ ਦੀ ਸੀ ਪਲਾਨ, FBI ਨੇ ਕੀਤੇ ਵੱਡੇ ਖੁਲਾਸੇ। ਅਮਰੀਕਾ ਵਿੱਚ ਪਹਿਲੀ ਵਾਰ ਵਾਈਟ ਹਾਊਸ ਦੀ ਚੀਫ ਆਫ ਸਟਾਫ ਹੋਵੇਗੀ ਮਹਿਲਾ। ਯੂਕਰੇਨ ਦੇ ਨਾਲ ਐਲੋਨ ਮਸਕ ਅਤੇ ਡੋਨਲਡ ਟਰੰਪ ਨੇ ਕੀਤੀ ਤਾਜ਼ਾ ਗੱਲਬਾਤ। ਟਰੰਪ ਸਰਕਾਰ 'ਚ ਭਾਰਤ ਵੰਸ਼ੀ ਕਸ਼ਯਪ ਪਟੇਲ ਬਣ ਸਕਦੇ ਹਨ CIA ਚੀਫ। ਅਨੋਖਾ ਤਰੀਕਾ, ਵਿਗਿਆਨੀਆਂ ਨੇ ਮੱਛਰ ਕੀਤੇ ਕੰਨਾਂ ਤੋਂ ਬੋਲੇ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਇੱਕ ਵੱਡੀ ਤਬਦੀਲੀ ਵਿੱਚ ਕੈਨੇਡਾ ਨੇ 8 ਨਵੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਟੂਡੈਂਟ ਡਾਇਰੈਕਟ ਸਟ੍ਰੀਮ ਯਾਨੀ SDS ਨੂੰ ਖਤਮ ਕਰ ਦਿੱਤਾ ਹੈ। ਇੱਕ ਅਜਿਹਾ ਕਦਮ ਜੋ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ। 2018 ਦੇ ਵਿੱਚ ਲਾਂਚ ਕੀਤਾ ਗਿਆ SDS ਨੂੰ ਭਾਰਤ, ਚੀਨ, ਪਾਕਿਸਤਾਨ ਅਤੇ ਫਿਲੀਪੀਨਸ ਸਮੇਤ 14 ਦੇਸ਼ਾਂ ਦੇ ਬਿਨੈਕਾਰਾਂ ਲਈ ਅਧਿਐਨ ਪਰਮਿਟ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਸੀ, ਜੋ ਖਾਸ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਪ੍ਰੋਗਰਾਮ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਲਈ ਨਾਈਜੀਰੀਅਨ ਬਿਨੈਕਾਰਾਂ ਨੂੰ ਮਿਆਰੀ ਅਧਿਐਨ ਪਰਮਿਟ ਐਪਲੀਕੇਸ਼ਨ ਰੂਟ ਦੀ ਵਰਤੋਂ ਕਰਨ ਦੀ ਲੋੜ ਸੀਗੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਪ੍ਰਸਿੱਧ SDS ਪ੍ਰੋਗਰਾਮ ਨੇ ਮਿਆਰੀ ਪ੍ਰਕਿਰਿਆ ਨਾਲੋਂ ਅਕਸਰ ਹਫ਼ਤਿਆਂ ਦੇ ਵਿੱਚ ਤੇਜ਼ ਪਰਮਿਟ ਪ੍ਰਵਾਨਗੀ ਪ੍ਰਦਾਨ ਕੀਤੀ, ਜਿਸ ਵਿੱਚ ਹੁਣ ਭਾਰਤ ਵਰਗੇ ਦੇਸ਼ਾਂ ਦੇ ਬਿਨੈਕਾਰਾਂ ਲਈ ਔਸਤਨ 8 ਹਫ਼ਤੇ ਲੱਗਦੇ ਹਨ। SDS ਲਈ ਯੋਗਤਾ ਪੂਰੀ ਕਰਨ ਲਈ ਬਿਨੈਕਾਰਾਂ ਨੂੰ $20,635 CAD ਦਾ ਕੈਨੇਡੀਅਨ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਦਿਖਾਉਣਾ ਪੈਂਦਾ ਸੀ ਅਤੇ ਅੰਗਰੇਜ਼ੀ ਜਾਂ ਫਰਾਂਸੀਸੀ ਭਾਸ਼ਾ ਦੇ ਟੈਸਟ ਸਕੋਰ ਜਮ੍ਹਾਂ ਕਰਾਉਣੇ ਪੈਂਦੇ ਸਨ। ਇਹ ਤਬਦੀਲੀਆਂ ਕੈਨੇਡਾ ਦੀ ਆਪਣੀ ਰਿਕਾਰਡ ਉੱਚ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਪ੍ਰਬੰਧਨ ਕਰਨ ਦੇ ਯਤਨਾਂ ਨੂੰ ਦਰਸਾਉਂਦੀਆਂ ਹਨ, ਜੋ ਕਿ 2023 ਦੇ ਵਿੱਚ 8,07,000 ਸਟੱਡੀ ਪਰਮਿਟ ਧਾਰਕਾਂ ਤੱਕ ਪਹੁੰਚਣ ਲਈ ਤਿਆਰ ਹੈ, ਕਿਉਂਕਿ ਸਰਕਾਰ ਰਿਹਾਇਸ਼ ਦੀ ਘਾਟ ਅਤੇ ਵੱਧ ਰਹੀ ਜਨਤਕ ਸੇਵਾਵਾਂ ਦੀਆਂ ਮੰਗਾਂ ਨਾਲ ਜੂਝ ਰਹੀ ਹੈ। ਨਿਆਂ ਵਿਭਾਗ ਨੇ ਇਸ ਹਫ਼ਤੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਾਰਨ ਦੀ ਇਰਾਨੀ ਸਾਜ਼ਿਸ਼ ਨੂੰ ਨਾਕਾਮ ਕਰਨ ਬਾਰੇ ਅਪਰਾਧਿਕ ਦੋਸ਼ਾਂ ਬਾਰੇ ਅਹਿਮ ਖੁਲਾਸੇ ਕੀਤੇ। ਮੈਨਹਟਨ 'ਚ ਸੰਘੀ ਅਦਾਲਤ ਵਿੱਚ ਦਾਇਰ ਇੱਕ ਅਪਰਾਧਿਕ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਈਰਾਨ ਦੇ ਅਰਧ ਸੈਨਿਕ ਰੈਵੋਲੂਸ਼ਨਰੀ ਗਾਰਡ ਦੇ ਇੱਕ ਅਣਪਛਾਤੇ ਅਧਿਕਾਰੀ ਨੇ ਸਤੰਬਰ 2024 ਦੇ ਵਿੱਚ ਟਰੰਪ ਨੂੰ ਮਾਰਨ ਦੀ ਯੋਜਨਾ ਬਣਾਉਣ ਲਈ ਨਿਰਦੇਸ਼ ਦਿੱਤਾ ਸੀ। ਉਧਰ ਹੀ ਜਾਂਚਕਰਤਾਵਾਂ ਨੂੰ ਟਰੰਪ ਦੇ ਕਤਲ ਦੀ ਸਾਜ਼ਿਸ਼ ਬਾਰੇ ਉਦੋਂ ਪਤਾ ਲੱਗਾ ਜਦੋਂ ਫਰਹਾਦ ਸ਼ਕੇਰੀ ਨਾਂ ਦੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ। ਸ਼ਕੇਰੀ ਇੱਕ ਅਫਗਾਨ ਨਾਗਰਿਕ ਹੈ, ਜਿਸ ਦੀ ਪਛਾਣ ਅਧਿਕਾਰੀਆਂ ਨੇ ਇਰਾਨੀ ਸਰਕਾਰ ਦੇ ਇੱਕ ਏਜੰਟ ਦੇ ਰੂਪ 'ਚ ਕੀਤੀ ਸੀ, ਜਿਸ ਨੂੰ ਡਕੈਤੀ ਦੇ ਦੋਸ਼ 'ਚ ਕੈਦ ਹੋਣ ਤੋਂ ਬਾਅਦ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਮੈਨਹਟਨ ਵਿੱਚ ਸੰਘੀ ਅਦਾਲਤ ਵਿੱਚ ਦਾਇਰ ਇੱਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ ਉਸਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਈਰਾਨ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਵਿੱਚ ਇੱਕ ਸੰਪਰਕ ਨੇ ਉਸ ਨੂੰ ਪਿਛਲੇ ਸਤੰਬਰ ਵਿੱਚ 7 ਦਿਨਾਂ ਦੇ ਅੰਦਰ ਟਰੰਪ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਹੋਰ ਲੋਕਾਂ ਨੂੰ ਹੋਰ ਕਤਲ ਕਰਨ ਲਈ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ 'ਚ ਪ੍ਰਮੁੱਖ ਇਰਾਨੀ ਅਮਰੀਕੀ ਪੱਤਰਕਾਰ ਵੀ ਸ਼ਾਮਲ ਹੈ। ਉਹਨਾਂ ਨੂੰ ਵੀ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਈਟ ਹਾਊਸ ਦੇ ਚੀਫ ਆਫ ਸਟਾਫ ਦੀ ਜ਼ਿੰਮੇਵਾਰੀ ਕਿਸੇ ਔਰਤ ਨੂੰ ਸੌਂਪੀ ਗਈ ਹੈ। ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੂਜ਼ੀ ਵਾਈਲਜ਼ ਨੂੰ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ, ਜੋ 2016 ਅਤੇ 2020 ਦੀ ਰਾਸ਼ਟਰਪਤੀ ਚੋਣ ਦੌਰਾਨ ਫਲੋਰੀਡਾ ਵਿੱਚ ਟਰੰਪ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਸੂਜ਼ੀ ਵਾਈਲਜ਼ ਆਪਣਾ ਕੰਮ ਕਰਨ ਵਿੱਚ ਵਧੇਰੇ ਵਿਸ਼ਵਾਸ ਰੱਖਦੇ ਹਨ ਅਤੇ ਮੀਡੀਆ ਸਾਹਮਣੇ ਆਉਣਾ ਉਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਹੈ। ਟਰੰਪ ਨੇ ਆਪਣੀ ਜੇਤੂ ਰੈਲੀ ਦੌਰਾਨ ਉਹਨਾਂ ਨੂੰ ਸੰਬੋਧਨ ਕਰਨ ਵਾਸਤੇ ਸੱਦਿਆ ਤਾਂ ਉਹਨਾਂ ਨੇ ਮਾਈਕ ਨੂੰ ਹੱਥ ਲਾਉਣ ਤੋਂ ਵੀ ਨਾ ਕਰ ਦਿੱਤੀ। ਟਰੰਪ ਨੇ ਸੂਜ਼ੀ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ
ਕਿ ਉਹ ਇੱਕ ਮਿਹਨਤੀ, ਚੁਸਤ ਅਤੇ ਕੌਮਾਂਤਰੀ ਪੱਧਰ ਤੇ ਸਤਿਕਾਰ ਪ੍ਰਾਪਤ ਸ਼ਖਸੀਅਤ ਦੀ ਮਾਲਕ ਹੈ। ਇਸ ਕਰਕੇ ਉਹਨਾਂ ਨੂੰ ਚੁਣਿਆ ਗਿਆ। ਉਸ ਤੋਂ ਬਾਅਦ ਟਰੰਪ ਨੇ ਸੂਜੀ ਵਾਇਲਸ ਨੂੰ ਸੌਂਪੀ ਜ਼ਿੰਮੇਵਾਰੀ। ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਲਈ ਸੂਜੀ ਆਪਣਾ ਅੰਤਕ ਯੋਗਦਾਨ ਪਾਉਣਗੇ। ਡੋਨਲਡ ਟਰੰਪ ਦੀ ਪ੍ਰਚਾਰ ਮੁਹਿੰਮ ਵਿੱਚ ਵੱਡਾ ਯੋਗਦਾਨ ਪਾਉਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਸਾਲ 2010 ਵਿੱਚ ਰਿਕ ਸਕੌਟ ਦੀ ਬਤੌਰ ਗਵਰਨਰ ਚੋਣ ਮੁਹਿੰਮ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਅਤੇ 2012 ਵਿੱਚ ਰਾਸ਼ਟਰਪਤੀ ਦੀ ਉਮੀਦਵਾਰੀ ਹਾਸਲ ਕਰਨ ਦੇ ਇੱਛਕ ਯੂਟਾ ਦੇ ਗਵਰਨਰ ਜੌਨ ਹਟਸਮੈਨ ਵਾਸਤੇ ਵੀ ਕੰਮ ਕੀਤਾ। ਦੱਸ ਦਈਏ ਕਿ ਡੋਨਲਡ ਟਰੰਪ ਵੱਲੋਂ ਬਤੌਰ ਰਾਸ਼ਟਰਪਤੀ ਜਨਵਰੀ 2025 ਵਿੱਚ ਸੌ ਚੁੱਕੀ ਜਾਵੇਗੀ, ਪਰ ਉਸ ਤੋਂ ਪਹਿਲਾਂ ਅਹਿਮ ਅਹੁਦੇਦਾਰਾਂ ਦੀ ਨਿਯੁਕਤੀ ਦਾ ਸਿਲਸਿਲਾ ਆਰੰਭਿਆ ਜਾ ਚੁੱਕਿਆ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਡੋਨਲਡ ਟਰੰਪ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਸ਼ੁੱਕਰਵਾਰ ਨੂੰ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਫੋਨ ਤੇ ਗੱਲਬਾਤ ਕੀਤੀ। ਖਾਸ ਗੱਲ ਇਹ ਸੀ ਕਿ ਇਹਨਾਂ ਦੋਵਾਂ ਦੀ ਗੱਲਬਾਤ 'ਚ ਐਲੋਨ ਮਸਕ ਨੇ ਵੀ ਹਿੱਸਾ ਲਿਆ ਸੀ। ਧਿਆਨਯੋਗ ਹੈ ਕਿ ਅਜਿਹੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਐਲੋਨ ਮਸਕ ਟਰੰਪ ਪ੍ਰਸ਼ਾਸਨ ਦਾ ਹਿੱਸਾ ਹੋ ਸਕਦੇ ਹਨ। ਟੈਸਲਾ ਦੇ CEO ਅਤੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਲਡ ਟਰੰਪ ਦਾ ਜ਼ੋਰਦਾਰ ਸਮਰਥਨ ਕੀਤਾ। ਜਾਣਕਾਰੀ ਮੁਤਾਬਕ ਟਰੰਪ ਅਤੇ ਜ਼ੈਲੈਂਸਕੀ ਵਿਚਾਲੇ ਗੱਲਬਾਤ ਦੌਰਾਨ ਐਲੋਨ ਮਸਕ ਕਰੀਬ 25 ਮਿੰਟ ਤੱਕ ਜੁੜੇ ਰਹੇ। ਦੋ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਗੱਲਬਾਤ ਦੌਰਾਨ ਜ਼ੈਲੈਂਸਕੀ ਨੇ ਟਰੰਪ ਨੂੰ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਵਧਾਈ ਵੀ ਦਿੱਤੀ। ਇਸ ਦੇ ਨਾਲ ਹੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਯੂਕਰੇਨ ਦਾ ਪੂਰਾ ਸਮਰਥਨ ਕਰਨਗੇ। ਹਾਲਾਂਕਿ ਇਹ ਸਪਸ਼ਟ ਨਹੀਂ ਸੀ ਕਿ ਇਹ ਕਿਸ ਤਰ੍ਹਾਂ ਦਾ ਸਹਿਯੋਗ ਹੋਵੇਗਾ। ਮਸਕ ਟਰੰਪ ਨਾਲ ਗੱਲ ਕਰਨ ਤੋਂ ਬਾਅਦ ਆਇਆ, ਜਿਸ ਨੇ ਕਥਿਤ ਤੌਰ ਤੇ ਜ਼ੈਲੈਂਸਕੀ ਨੂੰ ਕਿਹਾ ਕਿ ਉਹ ਯੂਕਰੇਨ ਦੇ ਲਈ ਸਟਾਰਲਿੰਕ ਸੈਟੇਲਾਈਟ ਇੰਟਰਨੈਟ ਕਨੈਕਸ਼ਨ ਸੇਵਾ ਜਾਰੀ ਰੱਖੇਗਾ। ਉਧਰ ਹੀ ਐਕਸੀਓਸ ਮੁਤਾਬਕ ਜ਼ੈਲੈਂਸਕੀ ਦੀ ਟਰੰਪ ਨਾਲ ਗੱਲਬਾਤ ਕਾਫੀ ਉਤਸ਼ਾਹਜਨਕ ਰਹੀ। ਇੱਕ ਅਧਿਕਾਰਤ ਬਿਆਨ ਵਿੱਚ ਜ਼ੈਲੈਂਸਕੀ ਨੇ ਕਿਹਾ ਕਿ ਉਸਨੇ ਟਰੰਪ ਅਤੇ ਉਹਨਾਂ ਦੀ ਟੀਮ ਦੀ ਉਹਨਾਂ ਦੀ ਜ਼ਬਰਦਸਤ ਮੁਹਿੰਮ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਨਜ਼ਦੀਕੀ ਗੱਲਬਾਤ ਨੂੰ ਕਾਇਮ ਰੱਖਣ ਅਤੇ ਆਪਣੇ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਸਹਿਮਤ ਹੋਏ ਹਾਂ। ਵਿਸ਼ਵ ਅਤੇ ਨਿਆਂਪੂਰਨ ਸ਼ਾਂਤੀ ਲਈ ਮਜ਼ਬੂਤ ਅਤੇ ਅਟੁੱਟ ਅਮਰੀਕੀ ਲੀਡਰਸ਼ਿਪ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਯੂਕਰੇਨ ਨੂੰ ਸਮਰਥਨ ਦੇਣ ਨੂੰ ਲੈ ਕੇ ਐਲੋਨ ਮਸਕ ਦਾ ਰੁਖ ਸਪਸ਼ਟ ਨਹੀਂ ਹੋਇਆ ਹੈ। ਵਾਲਟਰ ਆਈਜ਼ੈਕਸਨ ਦੀ ਜੀਵਨੀ ਦੇ ਅਨੁਸਾਰ ਮਸਕ ਨੇ ਕ੍ਰੀਮੀਆ ਉੱਤੇ ਇੱਕ ਸੈਟੇਲਾਈਟ ਨੂੰ ਸਰਗਰਮ ਕਰਨ ਲਈ ਯੂਕਰੇਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਉਸਨੇ ਕਿਹਾ ਸੀ ਕਿ ਅਜਿਹਾ ਕਰਨ ਨਾਲ ਸਪੇਸਐਕਸ ਯੁੱਧ ਵਿੱਚ ਭਾਗੀਦਾਰ ਬਣ ਜਾਵੇਗਾ। ਇਸ ਤੋਂ ਪਹਿਲਾਂ 2022 ਵਿੱਚ ਐਲੋਨ ਮਸਕ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪ੍ਰਸਤਾਵਿਤ ਸ਼ਾਂਤੀ ਯੋਜਨਾ ਪੋਸਟ ਕੀਤੀ ਸੀ। ਮਾਹਰਾਂ ਨੇ ਇਸ ਯੋਜਨਾ ਦੀ ਆਲੋਚਨਾ ਕੀਤੀ ਸੀ ਅਤੇ ਇਸ ਨੂੰ ਰੂਸ ਪੱਖੀ ਕਿਹਾ ਸੀ। ਇਸ ਤੋਂ ਬਾਅਦ ਜ਼ੈਲੈਂਸਕੀ ਨੇ ਐਕਸ ਤੇ ਇੱਕ ਪੋਲ ਕਰਵਾਈ। ਇਸ ਵਿੱਚ ਉਹਨਾਂ ਨੇ ਆਪਣੇ ਪੈਰੋਕਾਰਾਂ ਤੋਂ ਪੁੱਛਿਆ ਸੀ ਕਿ ਉਹ ਕਿਸ ਮਸਕ ਨੂੰ ਤਰਜੀਹ ਦਿੰਦੇ ਹਨ, ਯੂਕਰੇਨ ਦਾ ਸਮਰਥਨ ਕਰਨ ਵਾਲਾ ਜਾਂ ਰੂਸ ਦਾ ਸਮਰਥਨ ਕਰਨ ਵਾਲਾ। ਇਸ ਵਿੱਚ ਲੋਕਾਂ ਨੇ ਯੂਕਰੇਨ ਦਾ ਵਿਕਲਪ ਚੁਣਿਆ ਸੀ। ਹਾਲ ਹੀ ਵਿੱਚ ਵਾਲ ਸਟਰੀਟ ਜਰਨਲ ਨੇ ਦੱਸਿਆ ਕਿ ਮਸਕ 2022 ਤੋਂ ਵਲਾਦੀਮੀਰ ਪੁਤਿਨ ਦੇ ਸੰਪਰਕ ਵਿੱਚ ਹਨ। ਇਹ ਅਸਪਸ਼ਟ ਹੈ ਕਿ ਉਹਨਾਂ ਨੇ ਕੀ ਚਰਚਾ ਕੀਤੀ, ਪਰ ਸਟਾਰਲਿੰਕ ਦਾ ਕਥਿਤ ਤੌਰ ਤੇ ਜ਼ਿਕਰ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਪੁਤਿਨ ਨੇ ਮਸਕ ਨੂੰ ਚੀਨ ਦੇ ਪੱਖ 'ਚ ਤਾਈਵਾਨ ਤੇ ਇਸ ਨੂੰ ਸਰਗਰਮ ਕਰਨ ਤੋਂ ਬਚਣ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਡੋਨਲਡ ਟਰੰਪ ਨੇ ਆਪਣੇ ਅਗਲੇ ਕਾਰਜਕਾਲ ਲਈ ਕੈਬਨਿਟ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਨਵਰੀ 'ਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਆਪਣੀ ਕੈਬਨਿਟ ਦੇ ਚਿਹਰਿਆਂ ਦੀ ਚੋਣ ਕਰ ਲੈਣਗੇ। ਇਸ ਵਾਰ ਟਰੰਪ ਦੀ ਕੈਬਨਿਟ ਵਿੱਚ ਕਈ ਅਹਿਮ ਤੇ ਨਵੇਂ ਚਿਹਰਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਦੇ ਨਾਲ ਹੀ ਟਰੰਪ ਆਪਣੇ ਪੁਰਾਣੇ ਸਹਿਯੋਗੀਆਂ ਵਿੱਚੋਂ ਮਾਈਕ ਵਰਗੇ ਨਾਵਾਂ ਨੂੰ ਵੀ ਕੈਬਨਿਟ ਵਿੱਚ ਸ਼ਾਮਲ ਕਰ ਸਕਦੇ ਹਨ। ਇੱਕ ਪ੍ਰਮੁੱਖ ਤਬਦੀਲੀ ਤਹਿਤ ਭਾਰਤੀ ਮੂਲ ਦੇ ਕਸ਼ਯਪ ਪਟੇਲ ਨੂੰ ਵੀ ਅਹਿਮ ਅਹੁਦਾ ਮਿਲਣ ਦੀ ਸੰਭਾਵਨਾ ਹੈ। ਵਿੱਤ ਮੰਤਰਾਲੇ ਲਈ ਟਰੰਪ ਦੇ ਪ੍ਰਮੁੱਖ ਸਲਾਹਕਾਰਾਂ ਵਿੱਚੋਂ ਸਕਾਟ ਬੇਸੈਂਟ ਦਾ ਨਾਂ ਚਰਚਾ ਵਿੱਚ ਹੈ। ਕਸ਼ਯਪ ਪਟੇਲ ਟਰੰਪ ਪ੍ਰਸ਼ਾਸਨ ਵਿੱਚ ਪਹਿਲਾਂ ਵੀ ਸੁਰੱਖਿਆ ਤੇ ਖੁਫੀਆ ਵਿਭਾਗ ਵਿੱਚ ਕੰਮ ਕਰ ਚੁੱਕੇ ਹਨ ਅਤੇ ਉਹਨਾਂ ਦੇ ਬੇहद ਨਜ਼ਦੀਕੀ ਮੰਨੇ ਜਾਂਦੇ ਹਨ। ਟਰੰਪ ਦੇ ਅਗਲੇ ਕਾਰਜਕਾਲ 'ਚ ਪਟੇਲ ਦੀ ਭੂਮਿਕਾ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਅਤੇ ਉਹਨਾਂ ਨੂੰ ਉੱਚ ਅਹੁਦਿਆਂ ਵਿੱਚੋਂ ਕਿਸੇ ਇੱਕ ਲਈ ਚੁਣੇ ਜਾਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ CIA ਚੀਫ ਵੀ ਬਣ ਸਕਦੇ ਹਨ। ਅਗਲੇ ਕੁਝ ਮਹੀਨਿਆਂ ਵਿੱਚ ਇਨ੍ਹਾਂ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਇਹ ਸਪਸ਼ਟ ਹੋ ਸਕੇਗਾ ਕਿ ਟਰੰਪ ਆਪਣੇ ਅਗਲੇ ਕਾਰਜਕਾਲ 'ਚ ਕਿੰਨਾ ਲੋਕਾਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਨਗੇ। ਮੱਛਰ ਸਾਰਿਆਂ ਨੂੰ ਪਰੇਸ਼ਾਨ ਕਰਦੇ ਨੇ ਅਤੇ ਇਨ੍ਹਾਂ ਤੋਂ ਡੇਂਗੂ, ਮਲੇਰੀਆ, ਪੀਲਾ ਬੁਖਾਰ ਅਤੇ ਜ਼ੀਕਾ ਵਰਗੀਆਂ ਬਿਮਾਰੀਆਂ ਫੈਲਦੀਆਂ ਨੇ। ਹਰ ਕੋਈ ਸੋਚਦਾ ਹੈ ਕਿ ਇਨ੍ਹਾਂ ਮੱਛਰਾਂ ਦਾ ਕੋਈ ਹੱਲ ਕਿਉਂ ਨਹੀਂ ਹੁੰਦਾ, ਪਰ ਹੁਣ ਵਿਗਿਆਨੀਆਂ ਨੇ ਇੱਕ ਅਜਿਹਾ ਅਨੋਖਾ ਤਰੀਕਾ ਲੱਭ ਲਿਆ ਹੈ ਜਿਸ ਦੇ ਜ਼ਰੀਏ ਮੱਛਰਾਂ ਨੂੰ ਬੋਲਾ ਕਰ ਦਿੱਤਾ ਜਾਂਦਾ ਹੈ
ਅਤੇ ਮੱਛਰਾਂ 'ਚ ਸੰਬੰਧ ਬਣਾਉਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਇਸ ਨਾਲ ਮੱਛਰਾਂ ਦੀ ਵੱਧਦੀ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸੋ ਆ ਤੁਹਾਨੂੰ ਦੱਸਦੇ ਹਾਂ ਕਿ ਮੱਛਰਾਂ ਤੇ ਕਿਵੇਂ ਕੰਮ ਕਰਦੀ ਹੈ ਇਹ ਅਨੋਖੀ ਪ੍ਰਕਿਰਿਆ। ਜੀ ਹਾਂ, ਮੱਛਰਾਂ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ, ਜਿਨ੍ਹਾਂ ਦਾ ਹੱਲ ਲੱਭਣ ਲਈ ਵਿਗਿਆਨੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਪਰ ਹੁਣ ਵਿਗਿਆਨੀਆਂ ਨੇ ਇਨ੍ਹਾਂ ਭਿਆਨਕ ਬਿਮਾਰੀਆਂ ਨਾਲ ਨਿਪਟਣ ਦਾ ਇੱਕ ਅਨੋਖਾ ਤਰੀਕਾ ਲੱਭ ਲਿਆ, ਜਿਸ ਦੇ ਤਹਿਤ ਮੱਛਰਾਂ ਨੂੰ ਬੋਲਾ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਮੱਛਰ ਮਾਦਾ ਸਾਥੀ ਆਪਣੇ ਨਸਲ ਲੱਭਣ ਵਿੱਚ ਅਸਮਰਥ ਹੋ ਜਾਂਦੇ ਨੇ। ਅਸਲ ਵਿੱਚ ਮੱਛਰ ਹਵਾ ਵਿੱਚ ਉੱਡਦੇ ਹੋਏ ਪ੍ਰਜਨਨ ਕਰਦੇ ਨੇ ਅਤੇ ਮਾਦਾ ਮੱਛਰ ਦਾ ਪਿੱਛਾ ਆਵਾਜ਼ ਸੁਣਨ ਦੇ ਆਧਾਰ ਤੇ ਕਰਦੇ ਨੇ। ਇਹ ਆਵਾਜ਼ ਮਾਦਾ ਮੱਛਰ ਦੇ ਆਕਰਸ਼ਕ ਖੰਭਾਂ ਦੀ ਹੁੰਦੀ ਹੈ ਜੋ ਨਰ ਮੱਛਰ ਨੂੰ ਆਪਣੇ ਵੱਲ ਖਿੱਚਦੀ ਹੈ। ਪਰ ਹੁਣ ਵਿਗਿਆਨੀਆਂ ਨੇ ਨਰ ਮੱਛਰਾਂ ਦੇ ਸੁਣਨ ਦੇ ਲਈ ਬਣਾਈ ਗਈ ਜੈਨੇਟਿਕਸ ਮਾਰਗ ਨੂੰ ਵੀ ਬਦਲ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ 3 ਦਿਨ ਤੱਕ ਇੱਕੋ ਪਿੰਜਰੇ ਵਿੱਚ ਰਹਿਣ ਤੋਂ ਬਾਅਦ ਵੀ ਨਰ ਮੱਛਰਾਂ ਲਈ ਮਾਦਾ ਮੱਛਰ ਨਾਲ ਕੋਈ ਐਸਾ ਸੰਬੰਧ ਨਹੀਂ ਬਣ ਸਕੇਗਾ। ਯਾਨੀ ਕਿ ਵਿਗਿਆਨੀਆਂ ਦਾ ਪ੍ਰਯੋਗ ਸਫਲ ਰਿਹਾ, ਜਿਸ ਵਿੱਚ ਜਿਹੜੇ ਨਰ ਮੱਛਰ ਹੈ ਉਸ ਦੇ ਬੋਲਾ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਉਹ ਕਿਸੇ ਤਰੀਕੇ ਦੀ ਕੋਈ ਆਵਾਜ਼ ਨਹੀਂ ਸੁਣ ਪਾਏਗਾ। ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਮੱਛਰਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਔਰ ਮੱਛਰ ਜਿਹੜੇ ਨੇ ਹੌਲੀ ਹੌਲੀ ਫਿਰ ਕੱਟਣੇ ਸ਼ੁਰੂ ਹੋ ਸਕਦੇ ਨੇ। 6 ਨਵੰਬਰ ਨੂੰ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਮੇਅਰ ਕੈਰੋਲੀਨ ਪੈਰਿਸ਼ ਨੇ ਹਾਲ ਹੀ ਵਿੱਚ ਦੀਵਾਲੀ ਦੇ ਪਟਾਕਿਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਨਿਯੰਤਰਣ ਤੋਂ ਬਾਹਰ ਕਰਾਰ ਦਿੰਦੇ ਹੋਏ ਸੰਭਾਵਿਤ ਪਾਬੰਦੀ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਮਿਸੀਸਾਗਾ ਸ਼ਹਿਰ ਦੇ ਅਧਿਕਾਰੀ ਇੱਕ ਵਾਰ ਫਿਰ ਪਟਾਕਿਆਂ ਤੇ ਸੰਭਾਵਿਤ ਪਾਬੰਦੀ ਬਾਰੇ ਵਿਚਾਰ ਕਰ ਰਹੇ ਹਨ, ਕਿਉਂਕਿ ਇਸ ਸਾਲ ਦੀਵਾਲੀ ਦੇ ਜਸ਼ਨਾਂ ਕਾਰਨ ਨਿਵਾਸੀਆਂ ਦੀਆਂ ਸ਼ਿਕਾਇਤਾਂ ਅਤੇ ਬਹੁਤ ਜ਼ਿਆਦਾ ਸ਼ੋਰ ਨੂੰ ਲੈ ਕੇ ਚਿੰਤਾਵਾਂ ਵਿੱਚ ਵਾਧਾ ਹੋਇਆ। 6 ਨਵੰਬਰ ਨੂੰ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਮੇਅਰ ਕੈਰੋਲੀਨ ਪੈਰਿਸ਼ ਨੇ ਹਾਲ ਹੀ ਵਿੱਚ ਦੀਵਾਲੀ ਦੇ ਪਟਾਕਿਆਂ ਦੇ ਪ੍ਰਦਰਸ਼ਨ ਨੂੰ ਨਿਯੰਤਰਣ ਤੋਂ ਬਾਹਰ ਕਰਾਰ ਦਿੰਦੇ ਹੋਏ ਸੰਭਾਵਿਤ ਪਾਬੰਦੀ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਸ਼ਹਿਰ ਦੇ ਆંકੜੇ ਅਨੁਸਾਰ ਮਿਸੀਸਾਗਾ ਨੂੰ ਇਸ ਸਾਲ 2 ਨਵੰਬਰ ਨੂੰ ਅਧਿਕਾਰੀ ਤੌਰ ਤੇ ਮਨਾਈ ਗਈ ਛੁੱਟੀ ਦੇ ਨਾਲ 31 ਅਕਤੂਬਰ ਤੋਂ 2 ਨਵੰਬਰ ਦਰਮਿਆਨ ਪਟਾਕਿਆਂ ਦੇ ਨਾਲ ਸੰਬੰਧਿਤ 229 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਹ ਆંકੜਾ 2023 ਵਿੱਚ ਦੀਵਾਲੀ ਦੀਆਂ ਪਟਾਕਿਆਂ ਦੀਆਂ ਛੁੱਟੀਆਂ ਦੌਰਾਨ ਪ੍ਰਾਪਤ ਹੋਈਆਂ 97 ਸ਼ਿਕਾਇਤਾਂ ਤੋਂ ਇੱਕ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ। ਇਸ ਸਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਵਾਰਡ 5, 7 ਅਤੇ 11 ਸਨ, ਜੋ ਰੌਲੇ ਅਤੇ ਸੁਰੱਖਿਆ ਨੂੰ ਲੈ ਕੇ ਸਥਾਨਕ ਚਿੰਤਾਵਾਂ ਦਾ ਸੁਝਾਅ ਦਿੰਦੇ ਹਨ। ਡੋਨਾਲਡ ਟਰੰਪ ਦੀ ਜਿੱਤ ਨੇ ਜਿੱਥੇ ਸਾਰੀ ਦੁਨੀਆ ਹੈਰਾਨ ਕੀਤੀ ਪਈ ਹੈ, ਉੱਥੇ ਟਰੰਪ ਦੇ ਨੇੜਲੇ ਸਾਥੀ ਐਲੋਨ ਮਸਕ ਵੀ ਇਸ ਤੋਂ ਵੱਡਾ ਫਾਇਦਾ ਕਮਾ ਰਹੇ ਹਨ। ਮਸਕ ਕਈ ਰੈਲੀਆਂ ਵਿੱਚ ਟਰੰਪ ਦੇ ਨਾਲ ਰਹੇ ਸਨ, ਇੱਥੋਂ ਤੱਕ ਕਿ ਉਹਨਾਂ ਨੇ ਟਰੰਪ ਦਾ ਸਾਥ ਦੇਣ ਵਾਲੇ ਵੋਟਰਾਂ ਨੂੰ ਕੈਸ਼ ਇਨਾਮ ਤੱਕ ਦਿੱਤੇ। ਹੁਣ ਇਸ ਦੇ ਰਿਟਰਨ ਦੇ ਰੂਪ ਵਿੱਚ ਐਲੋਨ ਮਸਕ ਦੀ ਕੰਪਨੀ ਟੈਸਲਾ ਦੇ ਸ਼ੇਅਰ $1 ਟ੍ਰਿਲੀਅਨ ਦਾ ਮਾਰਕੀਟ ਕੈਪ ਪਾਰ ਕਰ ਗਏ ਹਨ। ਟੈਸਲਾ ਦੇ ਸ਼ੇਅਰ 'ਚ ਸ਼ੁੱਕਰਵਾਰ 6% ਦਾ ਉਛਾਲ ਆਇਆ ਤੇ ਇਲੈਕਟ੍ਰਿਕ ਵਾਹਨ ਨਿਰਮਾਤਾ ਦੀ ਮਾਰਕੀਟ ਕੈਪ ਨੂੰ $1 ਟ੍ਰਿਲੀਅਨ ਨੂੰ ਪਾਰ ਕਰ ਗਈ। ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਕੰਪਨੀ ਦਾ ਸਟਾਕ ਇਸ ਹਫ਼ਤੇ ਲਗਭਗ 27% ਵਧੇ ਹਨ ਅਤੇ ਨਿਵੇਸ਼ਕ ਆਸ਼ਾਵਾਦੀ ਹੋ ਗਏ ਹਨ ਕਿ ਸਾਬਕਾ ਰਾਸ਼ਟਰਪਤੀ ਦੀ ਵਾਈਟ ਹਾਊਸ ਵਿੱਚ ਵਾਪਸੀ ਨਾਲ ਟੈਸਲਾ ਦਾ ਸਾਥ ਦੇਣ ਵਾਲੇ ਨਿਵੇਸ਼ਕਾਂ ਦਾ ਵੀ ਫਾਇਦਾ ਹੋਵੇਗਾ। ਟੈਸਲਾ ਦੇ CEO ਐਲੋਨ ਮਸਕ ਆਪਣੀ ਮੁਹਿੰਮ ਦੌਰਾਨ ਟਰੰਪ ਲਈ ਇੱਕ ਮੁੱਖ ਸਹਿਯੋਗੀ ਰਹੇ ਹਨ। ਉਹਨਾਂ ਨੇ ਟਰੰਪ ਪੱਖੀ ਮੁਹਿੰਮ ਵਿੱਚ ਸਹਿਯੋਗ ਲਈ $130 ਮਿਲੀਅਨ ਲਏ ਸਨ। ਉਧਰ ਹੀ ਮੰਗਲਵਾਰ ਨੂੰ ਮਾਰਕੀਟ ਬੰਦ ਹੁੰਦੇ ਸਮੇਂ ਟੈਸਲਾ ਦੀ ਮਾਰਕੀਟ $807.1 ਬਿਲੀਅਨ ਦੀ ਸੀ। ਇਸ ਹਫ਼ਤੇ ਦੀ ਰੈਲੀ ਤੋਂ ਪਹਿਲਾਂ ਕਾਰ ਨਿਰਮਾਤਾ ਦੇ ਸ਼ੇਅਰ 1% ਵਧੇ। ਟੈਸਲਾ ਦਾ ਸਟਾਕ ਹੁਣ ਤੱਕ ਲਗਭਗ 26% ਤੱਕ ਵਧ ਚੁੱਕੇ ਹਨ। ਟੈਸਲਾ ਮੁੜ ਤੋਂ $1 ਟ੍ਰਿਲੀਅਨ ਦੀਆਂ ਕੰਪਨੀਆਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਦੇ ਵਿੱਚ ਵੀਡੀਆ, ਐਪਲ, ਮਾਈਕਰੋਸਾਫਟ, ਅਲਫਾਬੈਟ, ਐਮਾਜ਼ਨ ਅਤੇ ਮੈਟਾ ਕੰਪਨੀਆਂ ਸ਼ਾਮਲ ਹਨ। ਟੈਸਲਾ ਦੀ ਮਾਰਕੀਟ ਕੈਪ ਪਹਿਲੀ ਵਾਰ ਅਕਤੂਬਰ 2021 ਚ $1 ਟ੍ਰਿਲੀਅਨ ਦਾ ਅੰਕੜਾ ਪਾਰ ਕਰ ਗਈ ਸੀ। ਹਮਾਸ ਦੇ ਨੇਤਾਵਾਂ ਨੂੰ ਵੱਡਾ ਝਟਕਾ ਲੱਗਿਆ ਹੈ। ਕਤਰ ਨੇ ਹਾਲ ਹੀ ਵਿੱਚ ਅਮਰੀਕਾ ਦੀ ਬੇਨਤੀ ਤੇ ਹਮਾਸ ਦੇ ਨੇਤਾਵਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਹਮਾਸ ਦੇ ਕਈ ਵੱਡੇ ਨੇਤਾ ਕਤਰ ਦੀ ਰਾਜਧਾਨੀ ਦੋਹਾ ਵਿੱਚ ਰਹਿੰਦੇ ਹਨ। ਹਮਾਸ ਅਤੇ ਇਜ਼ਰਾਈਲ ਵਿਚਕਾਰ ਜਗਬੰਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਲਈ ਪ੍ਰਮੁੱਖ ਤਰਜੀਹ ਬਣੀ ਹੋਈ ਹੈ। ਇਸ ਸੰਦਰਭ ਵਿੱਚ ਅਮਰੀਕੀ ਅਧਿਕਾਰੀਆਂ ਨੇ 2 ਹਫ਼ਤੇ ਪਹਿਲਾਂ ਆਪਣੇ ਕਤਰ ਦੇ ਹਮਰੁਤਬਾ ਨੂੰ ਸੂਚਿਤ ਕੀਤਾ ਸੀ ਕਿ ਉਹ ਹਮਾਸ ਨੂੰ ਆਪਣੀ ਰਾਜਧਾਨੀ ਵਿੱਚ ਪਨਾਹ ਦੇਣਾ ਬੰਦ ਕਰਨ। ਸੂਤਰਾਂ ਮੁਤਾਬਕ ਕਤਰ ਨੇ ਹੁਣ ਇਸ ਲਈ ਹਾਮੀ ਭਰ ਦਿੱਤੀ ਹੈ। ਉਸਨੇ ਕਰੀਬ 1 ਹਫ਼ਤਾ ਪਹਿਲਾਂ ਹਮਾਸ ਨੂੰ ਦੇਸ਼ ਛੱਡਣ ਲਈ ਕਿਹਾ ਸੀ। ਉਧਰ ਹੀ CNN ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਹਮਾਸ ਇੱਕ ਆਤੰਕਵਾਦੀ ਸਮੂਹ ਹੈ ਜਿਸ ਨੇ ਅਮਰੀਕੀ ਨਾਗਰਿਕਾਂ ਨੂੰ ਮਾਰਿਆ ਹੈ ਅਤੇ ਉਹਨਾਂ ਨੂੰ ਬੰਦਕ ਬਣਾ ਲਿਆ। ਇਸ ਤੋਂ ਇਲਾਵਾ ਇਸ ਨੇ ਬੰਦਕਾਂ ਨੂੰ ਰਿਹਾ ਕਰਨ ਦੇ ਪ੍ਰਸਤਾਵ ਨੂੰ ਵੀ ਵਾਰ-ਵਾਰ ਰੱਦ ਕਰ ਦਿੱਤਾ।
ਅਜਿਹੇ ਵਿੱਚ ਇਸ ਦੇ ਨੇਤਾਵਾਂ ਦਾ ਹੁਣ ਕਿਸੇ ਵੀ ਅਮਰੀਕੀ ਭਾਈਵਾਲ ਦੀ ਰਾਜਧਾਨੀਆਂ ਵਿੱਚ ਸਵਾਗਤ ਨਹੀਂ ਕੀਤਾ ਜਾਣਾ ਚਾਹੀਦਾ। ਇਜ਼ਰਾਈਲ ਨਾਲ ਜੰਗ ਅਤੇ ਬੰਦਕਾਂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਕਤਰ ਨੂੰ ਹਮਾਸ ਨਾਲ ਆਪਣੀ ਗੱਲਬਾਤ ਵਿੱਚ ਕੱਢਣ ਦੀ ਧਮਕੀ ਵੀ ਵਰਤੋਂ ਕਰਨ ਲਈ ਕਿਹਾ ਹੈ। ਹਾਲ ਹੀ ਵਿੱਚ ਅਮਰੀਕੀ ਇਜ਼ਰਾਈਲੀ ਬੰਦਕ ਹਰਸ਼ ਗੋਲਡਬਰਗ ਪੋਲਿਨ ਦੀ ਮੌਤ ਅਤੇ ਹਮਾਸ ਦੇ ਇੱਕ ਹੋਰ ਜੰਗਬੰਦੀ ਪ੍ਰਸਤਾਵ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਅਮਰੀਕਾ ਨੇ ਇਹ ਗੱਲ ਕਹੀ ਸੀ। ਅਮਰੀਕਾ ਦੇ ਪੈਂਸਿਲਵੇਨੀਆ ਵਿੱਚ ਇੱਕ ਨੌਜਵਾਨ ਨੇ ਇੱਕ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲਿਸ ਨੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਰਹੇ ਮੁਜਰਿਮ ਦਾ ਪਿੱਛਾ ਕੀਤਾ, ਜਿਸ ਦੌਰਾਨ ਉਸਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਜਵਾਬੀ ਫਾਇਰਿੰਗ 'ਚ ਦੋਸ਼ੀ ਦੀ ਮੌਤ ਹੋ ਗਈ। ਪੈਂਸਿਲਵੇਨੀਆ ਸਟੇਟ ਪੁਲਿਸ ਦੇ ਲੈਫਟੀਨੈਂਟ ਕਰਨਲ ਜਾਰਜ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ 22 ਸਾਲ ਦੇ ਹਮਲਾਵਰ ਰਿਕੀ ਸ਼ੈਨਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਕਰਨ ਤੋਂ ਬਾਅਦ ਦੋਸ਼ੀ ਟਰੱਕ ਦੀ ਮਦਦ ਨਾਲ ਭੱਜ ਰਿਹਾ ਸੀ। ਮੁਲਜ਼ਮਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ, ਜਿੱਥੇ 19 ਸਾਲਾਂ ਦੀ ਲੜਕੀ ਦੀ ਲਾਸ਼ ਮਿਲੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਮ ਸ਼ੈਨਨ ਲੈਕੈਸਟਰ ਹੈ। ਉਹ ਕਾਉਂਟੀ ਦੇ ਮਾਊਂਟ ਜੋਏ ਵਿੱਚ ਅਪਾਰਟਮੈਂਟ ਵਿੱਚ ਆਦਮੀ ਦੇ ਨਾਲ ਅੰਦਰ ਗਈ ਸੀ, ਜਿੱਥੇ ਪਰਿਵਾਰ ਦੇ 3 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਿਅਕਤੀ ਦੇ ਅਪਾਰਟਮੈਂਟ ਤੋਂ ਬਾਹਰ ਆ ਗਈ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਟਰੱਕ 'ਚ ਵਿਅਕਤੀ ਨਾਲ ਸਫ਼ਰ ਕਰ ਰਹੀ ਲੜਕੀ ਨੂੰ ਗੋਲੀ ਕਿਸਨੇ ਮਾਰੀ। ਪੁਲਿਸ ਮੁਤਾਬਕ ਸ਼ੈਨਨ ਨੇ ਘਰ ਪਹੁੰਚਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰਨਲ ਜਾਰਜ ਨੇ ਦੱਸਿਆ ਕਿ ਦੋਵਾਂ ਵਿਚਾਲੇ ਕਿਸੇ ਤਰ੍ਹਾਂ ਦਾ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੂਫਾਨ ਯਿੰਗਸਿੰਗ ਸ਼ੁੱਕਰਵਾਰ ਨੂੰ ਸ਼ਾਂਤ ਹੋਣ ਤੋਂ ਪਹਿਲਾਂ ਉੱਤਰੀ ਫਿਲੀਪੀਨਜ਼ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਸਮੇਤ ਤਬਾਹੀ ਦੇ ਕਈ ਮੰਜ਼ਰ ਪਿੱਛੇ ਛੱਡ ਗਿਆ। ਇਸ ਦੇ ਨਤੀਜੇ ਵਜੋਂ 2 ਹਵਾਈ ਅੱਡਿਆਂ ਨੂੰ ਨੁਕਸਾਨ ਪਹੁੰਚਿਆ। ਯਿੰਗਸਿੰਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਇਸ ਸਾਲ ਦੱਖਣ ਪੂਰਬੀ ਏਸ਼ੀਆਈ ਦੀਪ ਸਮੂਹ ਵਿੱਚ ਆਉਣ ਵਾਲਾ ਇਹ 13ਵਾਂ ਵੱਡਾ ਤੂਫਾਨ ਹੈ। ਤੂਫਾਨ ਨੂੰ ਉੱਤਰੀ ਫਿਲੀਪੀਨ ਸੂਬੇ ਦੇ ਇਲੋਕੋਸ ਨੋਟੇ ਤੋਂ ਲਗਭਗ 100 ਕਿਲੋਮੀਟਰ ਪੱਛਮ ਵਿੱਚ ਦੱਖਣੀ ਚੀਨ ਸਾਗਰ ਵਿੱਚ ਦੇਖਿਆ ਗਿਆ ਸੀ। ਸਰਕਾਰੀ ਅਨੁਮਾਨਾਂ ਅਨੁਸਾਰ ਇਹ ਤੂਫਾਨ 150-205 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ। ਵੀਅਤਨਾਮ ਪਹੁੰਚਣ ਤੋਂ ਪਹਿਲਾਂ ਇਸ ਦੇ ਹੋਰ ਕਮਜ਼ੋਰ ਹੋਣ ਦੀ ਉਮੀਦ ਹੈ। ਸੂਬਿਆਈ ਅਧਿਕਾਰੀਆਂ ਨੇ ਦੱਸਿਆ ਕਿ ਯਿੰਗਸਿੰਗ ਨੇ ਵੀਰਵਾਰ ਦੁਪਹਿਰ ਨੂੰ ਲੈਂਡਫਾਲ ਕੀਤਾ। ਕਾਂਗਿਆਨ ਸੂਬੇ ਦੇ ਪਿੰਡਾਂ ਵਿੱਚ ਹੜ੍ਹ ਆ ਗਿਆ, ਦਰਖਤ ਅਤੇ ਬਿਜਲੀ ਦੇ ਖੰਭਿਆਂ ਨੂੰ ਉਖਾੜ ਦਿੱਤਾ ਅਤੇ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸੂਬੇ ਵਿੱਚ 40,000 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਉੱਤਰ 'ਚ ਬਟਾਨੇਸ ਦੇ ਟਾਪੂ ਸੂਬੇ 'ਚ ਗਵਰਨਰ ਮਾਰੀਲੋ ਕੈਕੋ ਨੇ ਕਿਹਾ ਹੈ ਕਿ ਤੇਜ਼ ਹਵਾਵਾਂ ਅਤੇ ਮੀਂਹ ਨੇ ਘਰਾਂ ਦੀਆਂ ਛੱਤਾਂ ਉਡਾ ਦਿੱਤੀਆਂ। ਬੰਦਰਗਾਹਾਂ ਅਤੇ 2 ਘਰੇਲੂ ਹਵਾਈ ਅੱਡੇ ਦੇ ਟਰਮੀਨਲ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਕਿਹਾ ਤੂਫਾਨ ਨਾਲ ਪ੍ਰਭਾਵੀ ਸੂਬਿਆਂ ਦੇ ਮੁਕੰਮਲ ਮੁਲਾਂਕਣ ਤੋਂ ਬਾਅਦ ਹੋਰ ਨੁਕਸਾਨ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ। ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ਤੇ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਨਿਊਜ਼ ਮੁਤਾਬਕ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਟ੍ਰੇਨ ਦੇ ਪਲੇਟਫਾਰਮ ਤੇ ਪਹੁੰਚਣ ਤੋਂ ਠੀਕ ਪਹਿਲਾਂ ਇਹ ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ 'ਚ ਹੋਇਆ। ਰੇਲਵੇ ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਵਿੱਚ ਕਿਹਾ ਗਿਆ ਹੈ ਕਿ ਜਾਫਰ ਐਕਸਪ੍ਰੈਸ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣ ਵਾਲੀ ਸੀ। ਅਧਿਕਾਰੀਆਂ ਨੇ ਦੱਸਿਆ ਜਦੋਂ ਧਮਾਕਾ ਹੋਇਆ ਟ੍ਰੇਨ ਅਜੇ ਪਲੇਟਫਾਰਮ ਤੇ ਨਹੀਂ ਪਹੁੰਚੀ ਸੀ। ਖਬਰਾਂ 'ਚ ਕਿਹਾ ਗਿਆ ਹੈ ਕਿ ਸਟੇਸ਼ਨ ਤੇ ਹਮੇਸ਼ਾ ਭਾਰੀ ਭੀੜ ਹੋਣ ਕਾਰਨ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ 2 ਦਿਨਾਂ ਵਿੱਚ ਸ਼ੂਰੇਬਾਜ਼ੀ ਦੀਆਂ ਕਈ ਘਟਨਾਵਾਂ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਘਟਨਾਵਾਂ 'ਚ 9 ਲੋਕ ਜ਼ਖਮੀ ਹੋਏ ਸਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ 'ਚੋਂ 5 ਲੋਕ ਸ਼ੁੱਕਰਵਾਰ ਦੁਪਹਿਰ ਨੂੰ ਜ਼ਖਮੀ ਹੋਏ ਹਨ। ਉਪ ਪੁਲਿਸ ਮੁਖੀ ਐਰਿਕ ਬਾਰਟਨ ਨੇ ਘਟਨਾ ਸਥਾਨ ਤੇ ਕਿਹਾ ਕਿ ਇਹ ਘਟਨਾ ਸਪਸ਼ਟ ਤੌਰ ਤੇ 38 ਘੰਟਿਆਂ ਦੀ ਮਿਆਦ ਵਿੱਚ ਇੱਕ ਵਿਅਕਤੀ ਦੁਆਰਾ ਲਗਾਤਾਰ ਹਮਲੇ ਕੀਤੇ ਜਾਣ ਦੀ ਸੀ। ਪੁਲਿਸ ਨੇ ਕਿਹਾ ਕਿ ਚਸ਼ਮਦੀਦਾ ਨੇ ਸ਼ੱਕੀ ਦਾ ਹੁਲੀਆ ਦੱਸਿਆ ਅਤੇ ਅਧਿਕਾਰੀਆਂ ਨੇ ਉਸ ਨੂੰ ਨੇੜਲੇ ਸਥਾਨ ਤੇ ਹਿਰਾਸਤ ਵਿੱਚ ਲੈ ਲਿਆ। ਕਾਬੂ ਕੀਤੇ ਵਿਅਕਤੀ ਕੋਲੋਂ ਇੱਕ ਹਥਿਆਰ ਬਰਾਮਦ ਹੋਇਆ ਹੈ। ਬਾਰਟਨ ਨੇ ਕਿਹਾ ਕਿ ਪੁਲਿਸ ਨੂੰ ਸ਼ੱਕ ਹੈ ਕਿ ਸ਼ੁੱਕਰਵਾਰ ਨੂੰ ਛੁਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਵੀਰਵਾਰ ਤੜਕੇ ਵਾਪਰੀਆਂ ਇਸੇ ਤਰ੍ਹਾਂ ਦੀਆਂ ਘੱਟ ਤੋਂ ਘੱਟ 4 ਹੋਰ ਘਟਨਾਵਾਂ ਵਿੱਚ ਸ਼ਾਮਲ ਹੈ।
ਦੁਨੀਆ 'ਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਦੇਖਣ 'ਚ ਤਾਂ ਸਧਾਰਨ ਲੱਗਦੀਆਂ ਹਨ, ਪਰ ਇਹਨਾਂ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ। ਅਜਿਹੀ ਇੱਕ ਕਹਾਣੀ ਇੱਕ ਸਿੱਕੇ ਦੀ ਹੈ ਜਿਸ ਨੂੰ ਬਣਾਉਣ ਵਿੱਚ ਭਾਵੇਂ ਕੁਝ 100 ਜਾਂ 1000 ਰੁਪਏ ਖਰਚ ਆਏ ਹੋਣ, ਪਰ ਜਦੋਂ ਇਸ ਦੀ ਨਿਲਾਮੀ ਹੋਈ ਤਾਂ ਇਸ ਦੀ ਕੀਮਤ 4 ਕਰੋੜ ਰੁਪਏ ਤੱਕ ਪਹੁੰਚ ਗਈ। ਆਓ ਜਾਣਦੇ ਹਾਂ ਇਸ ਸਿੱਕੇ ਦੀ ਪੂਰੀ ਕਹਾਣੀ। ਇਹ ਸਿੱਕਾ 1975 ਚ ਬਣਾਇਆ ਗਿਆ ਸੀ ਅਤੇ ਇਸ ਨੂੰ 20ਵੀਂ ਸਦੀ ਦਾ ਸਭ ਤੋਂ ਦੁਰਲਭ ਸਿੱਕਾ ਮੰਨਿਆ ਜਾਂਦਾ ਹੈ। ਇਹ ਇੱਕ ਅਮਰੀਕੀ ਡਾਈਮ ਯਾਨੀ 10 ਸੈਂਟ ਦਾ ਸਿੱਕਾ ਸੀ ਜਿਸ ਨੂੰ ਸੈਨ ਫਰਾਂਸਿਸਕੋ ਟਕਸਾਲ ਦੁਆਰਾ 1975 ਵਿੱਚ ਬਣਾਇਆ ਗਿਆ ਸੀ। ਇਸ ਸਿੱਕੇ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਅਮਰੀਕੀ ਰਾਸ਼ਟਰਪਤੀ ਫ੍ਰੈਂਕਲਿਨ ਰੂਜ਼ਵੈਲਟ ਦੀ ਤਸਵੀਰ ਹੈ, ਪਰ ਇਸ ਸਿੱਕੇ ਤੇ ਇੱਕ ਵਿਸ਼ੇਸ਼ਤਾ ਹੈ ਜੋ ਇਸ ਨੂੰ ਹੋਰ ਵੀ ਦੁਰਲਭ ਬਣਾ ਦਿੰਦੀ ਹੈ। ਸਧਾਰਨ ਸਿੱਕਿਆਂ ਤੇ ਐਸ ਦਾ ਨਿਸ਼ਾਨ ਹੁੰਦਾ ਹੈ ਜੋ ਕਿ ਟਕਸਾਲ ਦਾ ਨਿਸ਼ਾਨ ਹੁੰਦਾ ਹੈ, ਪਰ ਇਸ ਸਿੱਕੇ ਤੇ ਇਹ ਐਸ ਚਿੰਨ੍ਹ ਨਹੀਂ ਹੈ, ਇਸ ਲਈ ਇਹ ਸਿੱਕਾ ਬਹੁਤ ਦੁਰਲਭ ਹੈ। ਪੂਰੀ ਦੁਨੀਆ ਵਿੱਚ ਅਜਿਹੇ 2 ਹੀ ਸਿੱਕੇ ਹਨ, ਇਸ ਕਾਰਨ ਇਸ ਨੂੰ 20ਵੀਂ ਸਦੀ ਦਾ ਸਭ ਤੋਂ ਦੁਰਲਭ ਸਿੱਕਾ ਮੰਨਿਆ ਜਾਂਦਾ ਹੈ ਅਤੇ ਇਸ ਦੀ ਕੀਮਤ ਬਹੁਤ ਜ਼ਿਆਦਾ ਹੋ ਗਈ ਹੈ। ਇਸ ਦੁਰਲਭ ਸਿੱਕੇ ਦੀ ਗ੍ਰੈਂਡ ਕਲੈਕਸ਼ਨ ਨਾਮ ਦੀ ਨਿਲਾਮੀ ਏਜੰਸੀ ਨੇ ਆਨਲਾਈਨ ਨਿਲਾਮੀ ਕੀਤੀ ਸੀ। ਨਿਲਾਮੀ ਤੋਂ ਬਾਅਦ ਇਹ ਸਿੱਕਾ 4.25 ਕਰੋੜ ਰੁਪਏ ਵਿੱਚ ਵਿਕਿਆ। ਕੈਲੀਫੋਰਨੀਆ ਸਥਿਤ ਗ੍ਰੇਟ ਕਲੈਕਸ਼ਨ ਦੇ ਪ੍ਰਧਾਨ ਇਆਨ ਰਸਲ ਨੇ ਕਿਹਾ ਕਿ ਉਹ ਇਸ ਸਿੱਕੇ ਦੇ ਨਿਲਾਮੀ ਦੀ ਸਫਲਤਾ ਤੋਂ ਬਹੁਤ ਖੁਸ਼ ਹਨ। ਮੈਕਸੀਕੋ ਦੇ ਦੱਖਣੀ ਗੁਆਰੇਰੋ ਰਾਜ ਦੀ ਰਾਜਧਾਨੀ ਚਿਲਪੈਸਿੰਗੋ ਵਿੱਚ ਇੱਕ ਖਾਲੀ ਪਏ ਪਿਕਅਪ ਟਰੱਕ ਵਿੱਚ 2 ਨਾਬਾਲਗਾਂ ਸਮੇਤ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਮਗਰੋਂ ਉੱਥੇ ਸਨਸਨੀ ਫੈਲ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੁੱਧਵਾਰ ਰਾਤ ਨੂੰ ਮਿਲੀ ਇੱਕ ਗੁੰਮਨਾਮ ਸੂਚਨਾ ਨਾਲ ਅਧਿਕਾਰੀਆਂ ਨੂੰ ਸ਼ਹਿਰ ਦੇ ਪੈਰਾਡੋ ਡੇਲ ਮੈਕੇਰੇ ਖੇਤਰ ਵਿੱਚ 9 ਪੁਰਸ਼ਾਂ ਅਤੇ 2 ਔਰਤਾਂ ਦੀਆਂ ਲਾਸ਼ਾਂ ਮਿਲੀਆਂ। ਪੀੜਤਾਂ ਦੀ ਪਛਾਣ ਕਰਨ ਲਈ ਇੱਕ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੇ ਭੇਜਿਆ ਗਿਆ ਅਤੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਅਨੁਸਾਰ ਮ੍ਰਿਤਕ 17 ਵਿਕਰੇਤਾਵਾਂ ਦੇ ਉਸ ਸਮੂਹ ਦਾ ਹਿੱਸਾ ਹਨ ਜੋ 2 ਹਫ਼ਤੇ ਪਹਿਲਾਂ ਲਾਪਤਾ ਹੋ ਗਏ ਸਨ। ਉਹ ਕਥਿਤ ਤੌਰ ਤੇ ਐਲ ਐਪਾਜ਼ੋਡ ਭਾਈਚਾਰੇ ਵਿੱਚ ਘਰੇਲੂ ਸਮਾਨ ਵੇਚ ਰਹੇ ਸਨ ਜਦੋਂ ਉਹਨਾਂ ਨਾਲੋਂ ਸੰਪਰਕ ਟੁੱਟ ਗਿਆ, ਜਿਸ ਤੋਂ ਬਾਅਦ ਰਾਜ ਦੇ ਜਨਤਕ ਸੁਰੱਖਿਆ ਸਕੱਤਰੇਤ, ਨੈਸ਼ਨਲ ਗਾਰਡ ਅਤੇ ਫੌਜ ਦੁਆਰਾ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਫੌਜ ਨੇ ਕਿਹਾ ਕਿ ਉਹ ਲਾਪਤਾ ਲੋਕਾਂ ਦਾ ਪਤਾ ਲਗਾਉਣ ਦੇ ਲਈ ਵਿਸ਼ੇਸ਼ ਬਲਾਂ ਸਮੇਤ ਫੌਜਾਂ ਨੂੰ ਤੈਨਾਤ ਕਰੇਗੀ। ਇਸੇ ਸ਼ੱਕ ਦਾ ਹਵਾਲਾ ਦਿੰਦੇ ਹੋਏ ਕਿ ਉਹਨਾਂ ਨੂੰ ਅਪਰਾਧਿਕ ਸਮੂਹ ਲੋਸ ਐਡਿਰਲੋਸ ਦੁਆਰਾ ਅਗਵਾ ਕੀਤਾ ਗਿਆ ਸੀ। ਲੋਸ ਐਡਿਰਲੋਸ ਗੁਆਰੇਰੋ ਦੇ ਸਭ ਤੋਂ ਖਤਰਨਾਕ ਅਪਰਾਧਿਕ ਸਮੂਹਾਂ ਵਿੱਚੋਂ ਇੱਕ ਹੈ ਜੋ ਕਿ ਚਿਲਪੈਸਿੰਗੋ ਸਮੇਤ ਰਾਜ ਦੇ ਕੇਂਦਰੀ ਹਿੱਸੇ ਨੂੰ ਨਿਯੰਤਰਿਤ ਕਰਦਾ ਹੈ। ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਉਤਪਾਦਨ ਕਾਰਨ ਗੁਆਰੇਰੋ ਸਾਲਾਂ ਤੋਂ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਅਮਰੀਕਾ 'ਚ ਹਾਲ ਹੀ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਬਿਟਕੋਇਨ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ। ਬਿਟਕੋਇਨ ਨੇ ਇੱਕ ਦਿਨ ਪਹਿਲਾਂ 76,480 ਦੇ ਆਪਣੇ 7 ਮਹੀਨੇ ਪੁਰਾਣੇ ਉੱਚੇ ਪੱਧਰ ਨੂੰ ਪਾਰ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ 76,951 ਦਾ ਨਵਾਂ ਆਲ ਟਾਈਮ ਹਾਈ ਪੱਧਰ ਬਣਾਇਆ। ਮਾਹਰਾਂ ਦਾ ਮੰਨਣਾ ਹੈ ਕਿ ਕੁਝ ਉਤਰਾਅ ਚੜਾਅ ਤੋਂ ਬਾਅਦ ਇਹ ਛੇਤੀ ਹੀ $1 ਲੱਖ ਦੇ ਪੱਧਰ ਨੂੰ ਛੂ ਸਕਦਾ ਹੈ। ਬਿਟਕੋਇਨ ਦੇ ਇਸ ਵਾਧੇ ਦਾ ਮੁੱਖ ਕਾਰਨ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਜਿੱਤ ਨੂੰ ਮੰਨਿਆ ਜਾ ਰਿਹਾ ਹੈ। ਟਰੰਪ ਨੇ ਆਪਣੇ ਚੋਣ ਮੁਹਿੰਮ ਵਿੱਚ ਕ੍ਰਿਪਟੋ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ ਅਤੇ ਇਸ ਨੂੰ ਇੱਕ ਰਣਨੀਤਿਕ ਰਿਜ਼ਰਵ ਵਜੋਂ ਦੇਖਣ ਦਾ ਸੁਝਾਅ ਦਿੱਤਾ ਹੈ, ਜਿਸ ਨਾਲ ਕ੍ਰਿਪਟੋ ਮਾਰਕੀਟ ਵਿੱਚ ਉਮੀਦਾਂ ਵਧੀਆਂ ਹਨ। ਕ੍ਰਿਪਟੋ ਮਾਹਰ ਰਜਤ ਦਾ ਕਹਿਣਾ ਹੈ ਕਿ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਕ੍ਰਿਪਟੋ ਉਦਯੋਗ ਤੇ ਸਖਤ ਨਿਯਮਾਂ ਕਾਰਨ ਬਾਜ਼ਾਰ ਦਬਾਅ ਹੇਠ ਸੀ। ਟਰੰਪ ਦੀਆਂ ਨਵੀਆਂ ਨੀਤੀਆਂ ਕ੍ਰਿਪਟੋ ਉਦਯੋਗ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਹਾਲ ਹੀ 'ਚ ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਹੈ, ਜਿਸ ਕਾਰਨ ਨਿਵੇਸ਼ਕ ਹੁਣ ਜ਼ੋਖਿਮ ਭਰੀ ਜਾਇਦਾਦ 'ਚ ਜ਼ਿਆਦਾ ਨਿਵੇਸ਼ ਕਰ ਰਹੇ ਹਨ। ਬੈਂਕ ਆਫ ਇੰਗਲੈਂਡ ਨੇ ਵੀ ਵਿਆਜ ਦਰਾਂ 'ਚ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਰਿਫਲੈਕਸਿਲ ਦੇ ਸੰਸਥਾਪਕ ਅਤੇ ਕ੍ਰਿਪਟੋ ਐਕਸਚੇਂਜ ਦੇ ਸਾਬਕਾ CEO ਅਜੀਤ ਦੇ ਮੁਤਾਬਕ ਬਿਟਕੋਇਨ ਦੇ ਘੱਟ ਫਲੋਟਿੰਗ ਸਟਾਕ ਕਾਰਨ ਬਾਜ਼ਾਰ ਦੇ ਵਿੱਚ ਨਿਵੇਸ਼ ਵਧਣ ਤੇ ਤੇਜ਼ੀ ਨਾਲ ਅਸਰ ਪੈ ਰਿਹਾ ਹੈ। ਟਰੰਪ ਦੀ ਜਿੱਤ ਤੋਂ ਬਾਅਦ ਪਿਛਲੇ 2 ਹਫ਼ਤਿਆਂ ਵਿੱਚ ਬਿਟਕੋਇਨ ETF ਵਿੱਚ $14 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਉਧਰ ਹੀ ਮੰਨਣਾ ਹੈ ਕਿ ਸੰਸਥਾਗਤ ਨਿਵੇਸ਼ਕਾਂ ਦਾ ਵੱਧਦਾ ਭਰੋਸਾ ਬਿਟਕੋਇਨ ਦੀਆਂ ਕੀਮਤਾਂ ਨੂੰ ਸਥਿਰਤਾ ਅਤੇ ਮਜ਼ਬੂਤੀ ਪ੍ਰਦਾਨ ਕਰ ਸਕਦਾ ਹੈ। ਉਧਰ ਹੀ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਰੈਲੀ 'ਚ ਕੁਝ ਮੁਨਾਫਾ ਬੁਕਿੰਗ ਦੇਖਣ ਨੂੰ ਮਿਲ ਸਕਦੀ ਹੈ, ਪਰ ਜਲਦ ਹੀ ਬਿਟਕੋਇਨ $1 ਲੱਖ ਤੱਕ ਪਹੁੰਚ ਸਕਦਾ ਹੈ।
ਨਵੇਂ ਨਿਵੇਸ਼ਕ ਇਸ ਸਮੇਂ ਬਿਟਕੋਇਨ ਵਿੱਚ ਦਾਖਲ ਹੋ ਸਕਦੇ ਹਨ, ਪਰ ਗਹਿਲੋਤ ਨੇ ਕਰਜ਼ਾ ਲੈ ਕੇ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਉਹ ਕਹਿੰਦੇ ਹਨ ਕਿ ਯੂਐਸ ਕੋਲੋਂ 20,08,000 ਬਿਟਕੋਇਨ ਹਨ ਜੋ ਜੇ ਵੇਚੇ ਜਾਂਦੇ ਹਨ ਤਾਂ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਉਧਰ ਹੀ ਟਰੰਪ ਦੇ ਕਾਰਜਕਾਲ ਦੌਰਾਨ ਬਿਟਕੋਇਨ $2,80,000 ਤੱਕ ਵੀ ਜਾ ਸਕਦਾ ਹੈ। ਹਾਲਾਂਕਿ ਅਮਰੀਕੀ ਵਿੱਚ ਵੱਧ ਰਹੀ ਮਹਿੰਗਾਈ ਜਾਂ ਗਲੋਬਲ ਤਣਾਅ ਵਰਗੇ ਕਾਰਕ ਇਸ ਵਾਧੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।